ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ, ਜਿਸ ਵਿੱਚ ਅਸੀਂ ਸੀਟੈਟ, ਪੀਟੈਟ ਔਰ ਮਾਸਟਰ ਕੇਡਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਵਾਉਂਦੇ ਹਾਂ। ਤੇ ਅੱਜ ਅਸੀਂ ਫਿਰ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਏ ਹਾਂ, ਜਿਸ ਵਿੱਚ ਅਸੀਂ ਫੰਡਾਮੈਂਟਲ ਰਾਈਟਸ ਬਾਰੇ ਪੜ੍ਹਾਂਗੇ ਜੀ। ਔਰ ਇਸ ਤੋਂ ਪਹਿਲਾਂ ਅਸੀਂ ਮਾਸਟਰ ਕੇਡਰ ਐਗਜ਼ਾਮ ਦਾ ਜਿਹੜਾ 50% ਸਿਲੇਬਸ ਕਵਰ ਕਰ ਦਿੱਤਾ ਹੈਗਾ ਜੀ। ਔਰ ਤੁਸੀਂ ਇਸ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਸੀਕੁਐਂਸ ਵਾਈਜ਼ ਜਿਹੜਾ ਵੀਡੀਓ ਦੇਖ ਸਕਦੇ ਹੋ। ਤਾਂ ਸ਼ੁਰੂ ਕਰਦੇ ਹਾਂ ਫੰਡਾਮੈਂਟਲ ਰਾਈਟਸ ਬਾਰੇ। ਤਾਂ ਸਭ ਤੋਂ ਪਹਿਲਾ ਅਧਿਕਾਰ ਹੈਗਾ ਜੀ ਸਮਾਨਤਾ ਦਾ ਅਧਿਕਾਰ, ਜੋ ਕਿ ਆਰਟੀਕਲ 14 ਤੋਂ 18 ਵਿੱਚ ਜਿਹੜਾ ਸ਼ਾਮਲ ਹੈਗਾ ਜੀ। ਔਰ ਦੂਸਰੇ ਨੰਬਰ 'ਤੇ ਸੁਤੰਤਰਤਾ ਦਾ ਅਧਿਕਾਰ, ਜੋ ਕਿ ਆਰਟੀਕਲ 19 ਤੋਂ 22 ਵਿੱਚ ਸ਼ਾਮਲ ਹੈਗਾ ਜੀ। ਔਰ ਤੀਸਰੇ ਨੰਬਰ 'ਤੇ ਸ਼ੋਸ਼ਣ ਵਿਰੁੱਧ ਅਧਿਕਾਰ, ਜਿਸ ਨੂੰ ਜੋ ਕਿ ਆਰਟੀਕਲ 23 ਤੋਂ 24 ਵਿੱਚ ਸ਼ਾਮਲ ਹੈ। ਔਰ ਚੌਥੇ ਨੰਬਰ 'ਤੇ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਜੋ ਕਿ ਆਰਟੀਕਲ 25 ਤੋਂ 28 ਵਿੱਚ ਸ਼ਾਮਲ ਹੈ। ਔਰ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਜੋ ਕਿ ਆਰਟੀਕਲ 29 ਤੋਂ 30 ਵਿੱਚ ਸ਼ਾਮਲ ਹੈ। ਔਰ ਛੇਵੇਂ ਨੰਬਰ 'ਤੇ ਸਾਡਾ ਜਿਹੜਾ ਮੌਲਿਕ ਅਧਿਕਾਰ ਸੀ ਰਾਈਟ ਟੂ ਪ੍ਰੋਪਰਟੀ, ਜੋ ਕਿ 44ਵੀਂ ਸੰਵਿਧਾਨਿਕ ਸੋਧ ਦੇ ਅਧੀਨ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ ਜੀ। ਔਰ ਇਹ ਹੁਣ ਧਾਰਾ 300A ਦੇ ਅਧੀਨ ਜਿਹੜਾ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਜੀ। ਔਰ ਜਿਹੜਾ ਸਾਡਾ ਹੁਣ ਛੇਵਾਂ ਅਧਿਕਾਰ ਹੈਗਾ ਜੀ, ਜਾਣੀ ਕਿ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਜਿਹੜਾ ਆਰਟੀਕਲ 32 ਵਿੱਚ ਸ਼ਾਮਲ ਹੈਗਾ ਜੀ। ਔਰ ਹੁਣ ਅਸੀਂ ਇਹਨਾਂ ਸਾਰੇ ਆਪਣੇ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਾਂਗੇ ਜੀ। ਔਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜੇ 7 ਸੀ ਇਹਨਾਂ ਅਧਿਕਾਰਾਂ ਦੀ ਗਿਣਤੀ, ਔਰ 1979 ਤੋਂ ਜਿਹੜਾ ਸੰਪਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰ ਲਿਆ ਗਿਆ। ਔਰ ਠੀਕ ਹੈ ਜੀ, ਤਾਂ ਸਾਡੇ ਸੰਵਿਧਾਨ ਦੇ ਵਿੱਚ ਜਿਹੜੇ ਅਧਿਕਾਰਾਂ ਦੀ ਗਿਣਤੀ 6 ਰਹਿ ਗਈ। ਤਾਂ ਸ਼ੁਰੂ ਕਰਦੇ ਹਾਂ। ਸਾਡੇ ਪਹਿਲਾ ਅਧਿਕਾਰ ਜਿਹੜਾ ਜੀ ਸਮਾਨਤਾ ਦਾ ਅਧਿਕਾਰ, ਜੋ ਕਿ 14 ਤੋਂ 18 ਆਰਟੀਕਲ ਦੇ ਵਿੱਚ ਸ਼ਾਮਲ ਹੈਗਾ ਜੀ। ਔਰ ਇਸ ਵਿੱਚ ਯਾਨੀ ਜਿਹੜੇ ਵਿਅਕਤੀ ਨੂੰ, ਤਾਂ ਸਭ ਤੋਂ ਪਹਿਲੀ ਸਮਾਨਤਾ ਹੈਗੀ ਜੀ ਕਾਨੂੰਨ ਦੇ ਸਾਹਮਣੇ ਸਮਾਨਤਾ, ਜਿਸ ਵਿੱਚ ਕੋਈ ਵੀ ਕਾਨੂੰਨ ਕਿਸੇ ਵੀ ਵਿਅਕਤੀ ਨਾਲ ਵਿਤਕਰਾ ਨਹੀਂ ਕਰੇਗਾ ਔਰ ਸਭ ਨੂੰ ਕਾਨੂੰਨ ਸਾਹਮਣੇ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਜੀ। ਤੇ ਇਸ ਦਾ ਭਾਵ ਹੈ ਕਿ ਕਾਨੂੰਨ ਕਿਸੇ ਵੀ ਵਿਅਕਤੀ ਨਾਲ ਕਿਸੇ ਆਧਾਰ 'ਤੇ ਵਿਤਕਰਾ ਨਹੀਂ ਕਰੇਗਾ ਜੀ। ਔਰ ਇਸ ਤੋਂ ਇਲਾਵਾ ਵਿਤਕਰਿਆਂ ਦੀ ਮਨਾਹੀ ਕੀਤੀ ਗਈ ਹੈ ਜੀ। ਔਰ ਇਹ ਅਨੁਛੇਦ 15 ਵਿੱਚ ਸ਼ਾਮਲ ਹੈਗਾ ਜੀ। ਔਰ ਕੋਈ ਵੀ ਰਾਜ ਕਿਸੇ ਵਿਅਕਤੀ ਨਾਲ ਕਿਸੇ ਵੀ ਜਨਮ, ਧਰਮ, ਰੰਗ, ਨਸਲ ਔਰ ਜਾਤ ਦੇ ਆਧਾਰ 'ਤੇ ਵਿਤਕਰਾ ਨਹੀਂ ਕਰੇਗਾ ਜੀ। ਔਰ ਅਗਲੀ ਸਮਾਨਤਾ ਹੈਗੀ ਹੈ ਜੀ ਸਰਕਾਰੀ ਨੌਕਰੀਆਂ ਲੈਣ ਲਈ ਸਮਾਨ ਅਵਸਰ, ਤਾਂ ਇਹ 16 ਵਿੱਚ ਸ਼ਾਮਲ ਹੈਗਾ ਜੀ ਅਨੁਛੇਦ। ਔਰ ਇਸ ਦੇ ਅਧੀਨ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਜਨਤਕ ਪਦਵੀਆਂ ਉੱਤੇ ਨਿਯੁਕਤੀ ਲਈ ਸਮਾਨ ਅਵਸਰ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਗਈ ਹੈਗੀ ਹੈ ਜੀ। ਔਰ ਸਰਕਾਰੀ ਨਿਯੁਕਤੀਆਂ ਲਈ, ਸਰਕਾਰੀ ਨੌਕਰੀਆਂ ਦੀ ਨਿਯੁਕਤ ਕਰਦੇ ਸਮੇਂ ਕਿਸੇ ਵਿਅਕਤੀ ਨਾਲ ਧਰਮ, ਨਸਲ ਜਾਂ ਲਿੰਗ, ਜਾਤ ਦੇ ਆਧਾਰ 'ਤੇ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ। ਔਰ ਇਸ ਤੋਂ ਅਗਲੀ ਸਮਾਨਤਾ ਸਾਡੀ ਹੈਗੀ ਜੀ ਛੂਤ ਛਾਤ ਦੀ ਸਮਾਪਤੀ। ਔਰ ਇਸ ਵਿੱਚ ਇਹ ਅਨੁਛੇਦ 17 ਵਿੱਚ ਸ਼ਾਮਲ ਹੈਗੀ ਹੈ ਜੀ। ਔਰ ਭਾਰਤ ਦੀ ਧਰਤੀ ਤੋਂ ਛੂਤ ਛਾਤ ਦੀ ਸਮਾਪਤੀ ਸੰਬੰਧੀ ਜਿਹੜੀ ਵਿਵਸਥਾ ਕੀਤੀ ਗਈ ਹੈਗੀ ਆ। ਔਰ ਇਸ ਮੰਤਵ ਲਈ ਛੂਤ ਛਾਤ ਉੱਤੇ ਅਮਲ ਕਰਨਾ ਕਾਨੂੰਨੀ ਅਪਰਾਧ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਜੀ। ਔਰ ਅੱਗੇ ਅਸੀਂ ਦੇਖਦੇ ਹਾਂ ਕਿਤਾਬਾਂ ਦਾ ਖਾਤਮਾ। ਔਰ ਇਸ ਨੂੰ ਅਨੁਛੇਦ 18 ਵਿੱਚ ਸ਼ਾਮਲ ਕੀਤਾ ਗਿਆ। ਔਰ ਇਸ ਅਨੁਸਾਰ ਸੈਨਿਕ, ਵਿਦਿਅਕ ਕਿਤਾਬਾਂ ਤੋਂ ਇਲਾਵਾ ਹੋਰ ਕਿਸੇ ਵੀ ਪ੍ਰਕਾਰ ਦਾ ਕਿਤਾਬ ਜਿਹੜਾ ਰਾਜ ਵੱਲੋਂ ਪ੍ਰਦਾਨ ਨਹੀਂ ਕੀਤਾ ਜਾ ਸਕਦਾ। ਔਰ ਇਸ ਤੋਂ ਇਲਾਵਾ ਕੋਈ ਵੀ ਭਾਰਤੀ ਨਾਗਰਿਕ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਗੈਰ ਜਿਹੜਾ ਕਿਸੇ ਵੀ ਵਿਦੇਸ਼ੀ ਸਰਕਾਰ ਕੋਲੋਂ ਕਿਤਾਬ ਜਿਹੜਾ ਪ੍ਰਾਪਤ ਨਹੀਂ ਕਰ ਸਕਦਾ ਹੈਗਾ ਜੀ। ਔਰ ਉਹ ਕਿਤਾਬ ਚਾਹੇ ਕੋਈ ਵੀ ਇਨਾਮ ਹੋਵੇ, ਠੀਕ ਹੈ ਜੀ, ਚਾਹੇ ਕੋਈ ਨੌਕਰੀ ਹੋਵੇ, ਤਾਂ ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਉਸਨੂੰ ਭਾਰਤੀ ਨਾਗਰਿਕ ਨੂੰ ਰਾਸ਼ਟਰਪਤੀ ਤੋਂ ਜਿਹੜੀ ਪ੍ਰਵਾਨਗੀ ਲੈਣੀ ਪਵੇਗੀ ਜੀ। ਔਰ ਦੂਸਰੇ ਨੰਬਰ 'ਤੇ ਸਾਡਾ ਅਧਿਕਾਰ ਹੈਗਾ ਜੀ ਸੁਤੰਤਰਤਾ ਦਾ ਅਧਿਕਾਰ, ਜਿਸ ਨੂੰ ਕਿ 19 ਤੋਂ ਲੈ ਕੇ 22 ਵਿੱਚ ਸ਼ਾਮਲ ਕੀਤਾ ਗਿਆ। ਔਰ ਇਸ ਦੇ ਅਧੀਨ ਸਾਨੂੰ ਜਿਹੜੀਆਂ 6 ਸੁਤੰਤਰਤਾਵਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਜੀ, ਇਹਨਾਂ ਵਿੱਚ ਹੈਗੀਆਂ ਜੀ ਸਭ ਤੋਂ ਪਹਿਲੇ ਨੰਬਰ 'ਤੇ ਭਾਸ਼ਣ ਦੇਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ, ਕਿ ਕੋਈ ਵੀ ਵਿਅਕਤੀ ਆਪਣਾ ਜਿਹੜੇ ਵਿਚਾਰ ਅਭਿਵਿਅਕਤ ਕਰ ਸਕਦਾ ਹੈਗਾ ਜੀ। ਔਰ ਇਸ ਤੋਂ ਦੂਸਰੀ ਜਿਹੜੀ ਸੁਤੰਤਰਤਾ ਹੈਗੀ ਹੈ ਜੀ ਬਿਨਾਂ ਹਥਿਆਰਾਂ ਦੇ ਸ਼ਾਂਤੀਪੂਰਵਕ ਇਕੱਠੇ ਹੋਣ ਦੀ ਸੁਤੰਤਰਤਾ। ਔਰ ਇਸ ਤੋਂ ਅੱਗੇ ਸਮੁਦਾਵਾਂ ਅਤੇ ਸੰਘ ਬਣਾਉਣ ਦੀ ਸੁਤੰਤਰਤਾ। ਕੋਈ ਵੀ ਵਿਅਕਤੀ ਆਪਣਾ ਜਿਹੜਾ ਇੱਕ ਵੱਖਰਾ ਸੰਘ ਬਣਾ ਸਕਦਾ ਹੈਗਾ ਜੀ, ਇੱਕ ਵੱਖਰਾ
ਸਮੁਦਾਇ ਬਣਾ ਸਕਦਾ ਹੈਗਾ ਜੀ, ਔਰ ਉਸ ਵਿੱਚ ਰਹਿ ਸਕਦਾ ਹੈਗਾ। ਔਰ ਇਸ ਤੋਂ ਬਾਅਦ ਭਾਰਤ ਦੀ ਧਰਤੀ 'ਤੇ ਸੁਤੰਤਰਤਾ ਪੂਰਵਕ ਘੁੰਮਣ ਫਿਰਨ ਦੀ ਸੁਤੰਤਰਤਾ, ਕਿ ਭਾਰਤ ਦਾ ਨਾਗਰਿਕ ਇੰਡੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਰਹਿ ਸਕਦਾ ਹੈਗਾ ਜੀ, ਔਰ ਉੱਥੇ ਆਪਣੀ ਰਿਹਾਇਸ਼ ਕਰ ਸਕਦਾ ਹੈਗਾ। ਔਰ ਇਸ ਤੋਂ ਇਲਾਵਾ ਜਿਹੜੀ ਅਗਲੀ ਸੁਤੰਤਰਤਾ ਹੈਗੀ ਹੈ ਜੀ, ਕਿ ਭਾਰਤ ਦਾ ਕਿਸੇ ਵੀ ਭਾਗ ਵਿੱਚ ਰਹਿਣ ਅਤੇ ਨਿਵਾਸ ਸਥਾਨ ਬਣਾਉਣ ਦੀ ਸੁਤੰਤਰਤਾ। ਔਰ ਇਸ ਤੋਂ ਇਲਾਵਾ ਕੋਈ ਵੀ ਪੇਸ਼ਾ ਗ੍ਰਹਿਣ ਕਰਨ ਅਤੇ ਵਪਾਰ ਕਰਨ ਦੀ ਸੁਤੰਤਰਤਾ, ਕਿ ਕੋਈ ਵੀ ਵਿਅਕਤੀ ਕੋਈ ਵੀ ਜਿਹੜਾ ਆਪਣਾ ਕਿੱਤਾ ਅਪਣਾ ਸਕਦਾ ਹੈਗਾ ਜੀ, ਔਰ ਸਰਕਾਰ ਉਸ ਦੇ ਜਿਹੜੇ ਪਰਸਨਲ ਕੰਮ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰੇਗੀ। ਔਰ ਜਿਹੜਾ ਤੀਸਰਾ ਜਿਹੜਾ ਅਧਿਕਾਰ ਹੈਗਾ ਜੀ, ਸ਼ੋਸ਼ਣ ਵਿਰੁੱਧ ਅਧਿਕਾਰ, ਇਸ ਵਿੱਚ ਜਿਸ ਨੂੰ ਕਿ ਆਰਟੀਕਲ 23 ਤੋਂ 24 ਵਿੱਚ ਸ਼ਾਮਲ ਹੈਗਾ ਜੀ। ਔਰ ਇਸ ਵਿੱਚ ਸ਼ਾਮਲ ਕੀਤਾ ਗਿਆ ਕਿ ਕੋਈ ਵੀ ਮਨੁੱਖ ਕਿਸੇ ਵੀ ਮਨੁੱਖ ਦਾ ਜਿਹੜਾ ਵਪਾਰ ਨਹੀਂ ਕਰ ਸਕਦਾ, ਨਾ ਹੀ ਵਗਾਰ ਔਰ ਨਾ ਹੀ ਜਬਰੀ ਮਜ਼ਦੂਰੀ, ਜਿਹੜਾ ਇਹਨਾਂ ਨੂੰ ਇੱਕ ਕਾਨੂੰਨੀ ਅਪਰਾਧ ਹੈਗਾ ਜੀ। ਕਿਸੇ ਵੀ ਵਿਅਕਤੀ ਕੋਲੋਂ ਮਨੁੱਖ ਦਾ ਵਪਾਰ ਕਰਾਉਣਾ, ਵਗਾਰ ਕਰਾਉਣਾ ਔਰ ਜਬਰੀ ਮਜ਼ਦੂਰੀ ਕਰਨੀ, ਠੀਕ ਹੈ ਜੀ, ਇਹ ਇੱਕ ਕਾਨੂੰਨੀ ਅਪਰਾਧ ਘੋਸ਼ਿਤ ਕੀਤਾ ਗਿਆ ਜੀ। ਔਰ ਇਸ ਤੋਂ ਇਲਾਵਾ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕਾਰਖਾਨਿਆਂ ਵਿੱਚ ਜਿਹੜਾ ਖਾਣਾ ਜਾਂ ਕਿਸੇ ਦੂਜੇ ਕੰਮ ਜੋਖਮ ਭਰੇ ਧੰਦਿਆਂ ਵਿੱਚ ਲਗਾਉਣਾ, ਇਹ ਵੀ ਇੱਕ ਕਾਨੂੰਨੀ ਅਪਰਾਧ ਹੈਗਾ ਜੀ। ਔਰ ਬੱਚਿਆਂ ਨੂੰ ਅਜਿਹੇ ਰੁਜ਼ਗਾਰਾਂ ਵਿੱਚ ਲਗਾਉਣਾ ਇੱਕ ਗੈਰ ਮਨੁੱਖੀ ਅਤੇ ਗੈਰ ਕਾਨੂੰਨੀ ਪ੍ਰਥਾ ਹੈਗੀ ਆ। ਔਰ ਸੰਵਿਧਾਨ ਵਿੱਚ ਇਸ ਦੇ ਉੱਪਰ ਜਿਹੜੀ ਮਨਾਹੀ ਕੀਤੀ ਗਈ ਹੈ ਜੀ ਇਹਨਾਂ ਉੱਪਰ, ਜੋ ਕਿ ਤਾਂ ਜੋ ਬੱਚਿਆਂ ਦਾ ਸ਼ੋਸ਼ਣ ਨਾ ਹੋ ਸਕੇ। ਔਰ ਅੱਗੇ ਅਸੀਂ ਦੇਖਦੇ ਹਾਂ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਜੋ ਕਿ ਆਰਟੀਕਲ 25 ਤੋਂ 28 ਵਿੱਚ ਅੰਕਿਤ ਕੀਤਾ ਗਿਆ। ਔਰ ਇਸ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ, ਅਪਣਾਉਣ ਅਤੇ ਉਸ ਦਾ ਪ੍ਰਚਾਰ ਕਰਨ ਦੀ ਸੁਤੰਤਰਤਾ ਹੈਗੀ ਹੈ ਜੀ। ਔਰ ਇਸ ਤੋਂ ਇਲਾਵਾ ਸਾਰੀਆਂ ਧਾਰਮਿਕ ਸਮੁਦਾਇਕ ਸੰਸਥਾਵਾਂ ਨੂੰ ਜਿਹੜਾ ਸਾਰੀਆਂ ਧਾਰਮਿਕ ਸੰਸਥਾਵਾਂ ਕਾਇਮ ਕਰਨ ਅਤੇ ਉਹਨਾਂ ਦਾ ਪ੍ਰਬੰਧ ਚਲਾਉਣ ਅਤੇ ਉਹਨਾਂ ਦੇ ਨਾਂ ਦੇ ਉੱਪਰ ਚੱਲ ਜਾਂ ਅਚਲ ਸੰਪत्ति ਗ੍ਰਹਿਣ ਕਰਨ ਅਤੇ ਅਜਿਹੀ ਸੰਪत्ति ਦਾ ਕਾਨੂੰਨੀ ਅਨੁਸਾਰ ਪ੍ਰਬੰਧ ਕਰਨ ਦਾ ਜਿਹੜਾ ਪੂਰਾ ਅਧਿਕਾਰ ਹੈਗਾ ਜੀ। ਕਿ ਕੋਈ ਵੀ ਵਿਅਕਤੀ ਜਿਹੜਾ ਕਿਸੇ ਵੀ ਧਰਮ ਨੂੰ ਦਾਨ ਪੁੰਨ ਕਰ ਸਕਦਾ ਹੈਗਾ ਜੀ, ਔਰ ਇਸ ਵਿੱਚ ਕੋਈ ਵੀ ਸਰਕਾਰ ਦਖਲ ਨਹੀਂ ਕਰੇਗੀ। ਔਰ ਕੋਈ ਵੀ ਜਿਹੜਾ ਧਾਰਮਿਕ ਸਮੁਦਾਇ ਆਪਣਾ ਜਿਹੜਾ ਧਾਰਮਿਕ ਸੰਸਥਾਵਾਂ ਬਣਾ ਸਕਦਾ ਹੈਗਾ ਜੀ। ਔਰ ਇਸ ਤੋਂ ਅੱਗੇ ਕੋਈ ਕਿਸੇ ਵਿਅਕਤੀ ਨੂੰ ਕੋਈ ਅਜਿਹਾ ਕਰ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਜੋ ਕਿ ਜਿਸ ਦੀ ਰਕਮ ਕਿਸੇ ਵਿਸ਼ੇਸ਼ ਧਰਮ ਦੇ ਵਿਕਾਸ ਲਈ ਖਰਚ ਕੀਤੀ ਜਾਣੀ ਹੋਵੇ। ਕਿ ਕੋਈ ਵੀ ਵਿਅਕਤੀ ਨੂੰ ਜਿਹੜਾ ਦਾਨ ਪੁੰਨ ਕਰਨ ਲਈ ਜਿਹੜਾ ਮਜਬੂਰ ਨਹੀਂ ਕੀਤਾ ਜਾ ਸਕਦਾ, ਜੋ ਕਿ ਕਿਸੇ ਧਰਮ ਦੇ ਨਾਂ ਉੱਪਰ ਖਰਚ ਕੀਤੀ ਜਾ ਰਹੀ ਹੋਵੇ। ਔਰ ਚੌਥੇ ਨੰਬਰ 'ਤੇ ਜੀ ਜਿਹੜਾ ਹੈਗਾ, ਸਰਕਾਰ ਵਿਦਿਅਕ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਨਹੀਂ ਦੇ ਸਕਦੀ ਜੀ। ਕੋਈ ਵੀ ਕਿਸੇ ਵੀ ਸਰਕਾਰੀ ਸਕੂਲ ਜਾਂ ਕਿਸੇ ਵੀ ਸਰਕਾਰੀ ਸੰਸਥਾ ਵਿੱਚ ਜਿਹੜਾ ਕਿ ਕੋਈ ਵੀ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਵੇਗੀ। ਔਰ ਪਰ ਇਸ ਤੋਂ ਇਲਾਵਾ ਜਿਹੜਾ ਸਰਕਾਰ ਦੀ ਵਿੱਤੀ ਸਹਾਇਤਾ ਤੋਂ ਪ੍ਰਾਪਤ ਕਰਨ ਵਾਲੀਆਂ ਗੈਰ ਸਰਕਾਰੀ ਸੰਸਥਾਵਾਂ ਧਾਰਮਿਕ ਸਿੱਖਿਆ ਦੇ ਸਕਦੀਆਂ ਨੇ। ਜੇ ਕੋਈ ਵੀ ਪ੍ਰਾਈਵੇਟ ਸੰਸਥਾਵਾਂ ਜਿਹੜੀਆਂ ਕਿਸੇ ਵੀ ਧਾਰਮਿਕ ਸਮੁਦਾਇ ਨੂੰ ਜਿਹੜਾ ਆਪਣਾ ਪ੍ਰਚਾਰ ਕਰ ਸਕਦੀਆਂ ਨੇ ਆਪਣੀ ਕਿਸੇ ਵੀ ਸੰਸਥਾ ਵਿੱਚ ਜੀ, ਜਿਵੇਂ ਪ੍ਰਾਈਵੇਟ ਸਕੂਲਾਂ ਵਿੱਚ ਜਿਹੜਾ ਕਿਸੇ ਵਿਸ਼ੇਸ਼ ਧਰਮ ਨੂੰ ਜਿਹੜੀ ਪ੍ਰਚਾਰ ਕੀਤਾ ਜਾਂਦਾ ਜੀ। ਔਰ ਪਰ ਕਿਸੇ ਵਿਅਕਤੀ ਨੂੰ ਅਜਿਹੀ ਸਿੱਖਿਆ ਵਿੱਚ ਸ਼ਾਮਲ ਹੋਣ ਲਈ ਜਿਹੜਾ ਮਜਬੂਰ ਨਹੀਂ ਕੀਤਾ ਜਾ ਸਕਦਾ ਜੀ। ਔਰ ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਇਹਨਾਂ ਜੋ ਕਿ ਆਰਟੀਕਲ 29 ਤੋਂ 30 ਵਿੱਚ ਸ਼ਾਮਿਲ ਨੇ। ਔਰ ਇਸ ਵਿੱਚ ਸ਼ਾਮਿਲ ਕੀਤਾ ਗਿਆ ਕਿ ਭਾਰਤ ਦੇ ਖੇਤਰ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈਗਾ ਜੀ। ਔਰ ਕਿਉਂਕਿ ਕੋਈ ਵੀ ਸਰਕਾਰ ਕਿਸੇ ਵੀ ਸੱਭਿਆਚਾਰ ਔਰ ਕਿਸੇ ਵੀ ਜਿਹੜਾ ਸਮੁਦਾਇ ਦੇ ਜਿਹੜੇ ਰੀਤੀ ਰਿਵਾਜਾਂ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰਦੀ। ਔਰ ਇਸ ਤੋਂ ਇਲਾਵਾ ਕਿਸੇ ਵੀ ਨਾਗਰਿਕ ਨੂੰ ਸਰਕਾਰੀ ਜਾਂ ਸਰਕਾਰ ਦੀ ਸਹਾਇਤਾ ਨਾਲ ਚਲਾਈ ਜਾਂਦੀ ਸਿੱਖਿਆ ਸੰਸਥਾ ਵਿੱਚ ਧਰਮ, ਵੰਸ਼, ਜਾਤ, ਭਾਸ਼ਾ ਦੇ ਆਧਾਰ 'ਤੇ ਦਾਖਲਾ ਦੇਣ ਤੋਂ ਜਿਹੜਾ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ। ਔਰ ਇਸੇ ਲਈ ਜਿਹੜਾ ਰਾਖਵਾਂ ਕੋਟਾ ਰੱਖਿਆ ਜਾਂਦਾ ਜੀ ਸਕੂਲਾਂ ਅਤੇ ਕਾਲਜਾਂ ਵਿੱਚ, ਤਾਂ ਕਿ ਹਰ ਇੱਕ ਜਿਹੜਾ ਧਰਮ ਨੂੰ, ਹਰ ਇੱਕ ਜਾਤ ਨੂੰ, ਹਰ ਇੱਕ ਜਿਹੜਾ ਸਮੁਦਾਇ ਨੂੰ ਜਿਹੜੀ ਉਸਦਾ ਜਿਹੜਾ ਨਿਸ਼ਚਿਤ ਜਿਹੜਾ ਕੋਟਾ ਮਿਲ ਸਕੇ ਜੀ। ਸਾਰਿਆਂ ਨੂੰ ਅਪਰਚੂਨਿਟੀ ਮਿਲ ਸਕੇ ਕਿ ਕਿਸੇ ਵੀ ਜਿਹੜੀ ਸੰਸਥਾ ਵਿੱਚ ਸ਼ਾਮਿਲ ਹੋਣ ਦੀ ਜੀ, ਤਾਂ ਕਿਸੇ ਵੀ ਕਾਲਜ ਵਿੱਚ ਦਾਖਲਾ ਲੈਣ ਦੀ। ਇਸੇ ਕਰਕੇ ਜਿਹੜਾ ਰਾਖਵਾਂ ਕੋਟਾ ਰੱਖ ਦਿੱਤਾ ਜਾਂਦਾ ਜੀ। ਚਾਹੇ ਉਹ ਜੋਬ ਵਿੱਚ ਹੋਵੇ, ਚਾਹੇ ਉਹ ਸਕੂਲ ਵਿੱਚ ਹੋਵੇ, ਚਾਹੇ ਉਹ ਕਾਲਜ ਵਿੱਚ ਹੋਵੇ ਜੀ, ਠੀਕ ਹੈ ਜੀ।
ਔਰ ਇਸ ਤੋਂ ਅੱਗੇ ਹੈਗਾ ਜੀ ਸਾਡੇ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਜੋ ਕਿ ਆਰਟੀਕਲ 32 ਵਿੱਚ ਸ਼ਾਮਲ ਹੈਗਾ ਜੀ। ਔਰ ਇਹਨਾਂ ਨੂੰ ਜਿਹੜਾ ਡਾਕਟਰ ਅੰਬੇਦਕਰ ਦੁਆਰਾ ਜਿਸ ਨੂੰ ਆਤਮਾ ਕਿਹਾ ਗਿਆ ਜੀ, ਇਸ ਨੂੰ ਸਾਡੇ ਸੰਵਿਧਾਨਕ ਉਪਚਾਰਾਂ ਦੀ, ਜਿਨ੍ਹਾਂ ਵਿੱਚ ਸ਼ਾਮਲ ਹੈਗਾ ਜੀ ਹੈਬੀਅਸ ਕਾਰਪਸ, ਜਾਣੀ ਕਿ ਜਿਸਮਾਨੀ ਹਾਜ਼ਰੀ ਆਦੇਸ਼। ਇਸ ਵਿੱਚ ਕਿਸੇ ਵੀ ਵਿਅਕਤੀ ਦੀ ਗਲਤ ਨਜ਼ਰਬੰਦੀ ਜਾਂ ਹਿਰਾਸਤ ਵਿਰੁੱਧ ਉਪਚਾਰ ਪ੍ਰਦਾਨ ਕਰਦਾ ਹੈਗਾ ਜੀ। ਔਰ ਕੋਈ ਵੀ ਅਗਰ ਕੋਈ ਕਾਨੂੰਨ ਦੇ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਗਲਤ ਢੰਗ ਨਾਲ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਦੇ ਨੇ, ਤਾਂ ਇਹ ਉਹਨਾਂ ਜਿਹੜਾ ਵਿਅਕਤੀਆਂ ਨੂੰ ਅਧਿਕਾਰ ਦਿੱਤਾ ਗਿਆ ਜੀ। ਔਰ ਇਸ ਤੋਂ ਇਲਾਵਾ ਇਸ ਦੁਆਰਾ ਅਦਾਲਤ ਨਜ਼ਰਬੰਦ ਕਰਨ ਵਾਲੇ ਅਧਿਕਾਰੀ ਨੂੰ ਨਿਰਦੇਸ਼ ਦੇ ਸਕਦੀ ਹੈ ਕਿ ਨਜ਼ਰਬੰਦ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰੇ ਔਰ ਉਸ ਦੀ ਨਜ਼ਰਬੰਦੀ ਦਾ ਕਾਰਨ ਸਪਸ਼ਟ ਕਰੇ, ਠੀਕ ਹੈ ਜੀ। ਤਾਂ ਉਹ ਪੁੱਛ ਸਕਦੀ ਹੈਗੀ ਕਾਨੂੰਨ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿ ਉਸ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਜੀ, ਕਿਹੜੇ ਜੁਰਮ ਦੇ ਅਧੀਨ। ਔਰ ਦੂਸਰੇ ਨੰਬਰ 'ਤੇ ਹੈਗਾ ਜੀ ਮੈਡਮਸ, ਜਿਸ ਵਿੱਚ ਰਾਈਟ ਆਫ ਮੈਡਮਸ, ਜਿਸ ਵਿੱਚ ਅਦਾਲਤ ਦੁਆਰਾ ਛੋਟੇ ਅਧਿਕਾਰੀਆਂ ਨੂੰ ਹੁਕਮ ਦੇ ਸਕਦੀ ਹੈਗੀ ਆ ਕਿ ਉਹ ਕਿਹੋ ਜਿਹੀ ਕਾਰਵਾਈ ਕਰੇ ਜੋ ਕਿ ਉਸ ਦੇ ਅਧਿਕਾਰ ਖੇਤਰ ਵਿੱਚ ਹੋਵੇ, ਕਿ ਉਹਨਾਂ ਨੂੰ ਅਧਿਕਾਰ ਦੱਸ ਸਕਦੀ ਹੈਗੀ ਜੀ ਛੋਟੇ ਅਧਿਕਾਰੀਆਂ ਨੂੰ, ਜੋ ਕਿ ਉਹਨਾਂ ਦੇ ਜਿਹੜਾ ਅਧਿਕਾਰ ਖੇਤਰ ਨੂੰ ਦੱਸ ਸਕਦੀ ਹੈ ਕਿ ਤੁਸੀਂ ਇਸ ਅਧਿਕਾਰ ਵਿੱਚ ਰਹਿ ਕੇ ਤੁਸੀਂ ਜਿਹੜੀ ਡਿਊਟੀ ਨਿਭਾ ਸਕਦੇ ਹੋ, ਠੀਕ ਹੈ ਜੀ। ਔਰ ਤੀਸਰੇ ਨੰਬਰ 'ਤੇ ਹੈਗਾ ਜੀ ਮਨਾਹੀ ਆਦੇਸ਼, ਕਿ ਜਿਹੜੀ ਅਦਾਲਤ ਹੈਗੀਆਂ ਜੀ, ਕਿ ਜਿਸ ਦੁਆਰਾ ਅਦਾਲਤ ਛੋਟੇ ਅਧਿਕਾਰੀਆਂ ਨੂੰ ਇਹੋ ਜਿਹੀ ਕਾਰਵਾਈ ਕਰਨ ਦੀ ਮਨਾਹੀ ਕਰ ਸਕਦੀ ਹੈਗੀ ਆ ਜਿਹੜਾ ਉਸ ਦੇ ਅਧਿਕਾਰ ਖੇਤਰ ਵਿੱਚ ਹੈ ਹੀ ਨਹੀਂ, ਠੀਕ ਹੈ ਜੀ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਦੋਂ ਆਪਣੀ ਜਿਹੜਾ ਡਿਊਟੀ ਤੋਂ ਬਾਹਰ ਹੋ ਕੇ ਕੰਮ ਕਰਦਾ ਹੈਗਾ ਜੀ, ਔਰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਹੋ ਕੇ ਕੰਮ ਕਰਦਾ ਹੈਗਾ, ਤਾਂ ਜਿਹੜਾ ਅਦਾਲਤ ਉਸ ਨੂੰ ਰੋਕ ਸਕਦੀ ਹੈਗੀ ਜੀ, ਮਨਾਹੀ ਆਦੇਸ਼ ਦੇ ਸਕਦੀ ਹੈਗੀ ਆ। ਔਰ ਇਸ ਤੋਂ ਅੱਗੇ ਅਧਿਕਾਰ ਪੁੱਛ ਆਦੇਸ਼, ਇਸ ਵਿੱਚ ਜਿਸ ਦੁਆਰਾ ਅਦਾਲਤ ਕਿਸੇ ਵਿਅਕਤੀ ਨੂੰ ਕਿਸੇ ਜਨਤਕ ਦਫ਼ਤਰ ਜਿਸ ਨਾਲ ਉਸ ਦਾ ਸੰਬੰਧ ਨਹੀਂ ਕਾਰਵਾਈ ਕਰਨ ਤੋਂ ਰੋਕ ਸਕਦੀ ਹੈਗੀ ਜੀ। ਔਰ ਕਿ ਕਿਸੇ ਵੀ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੋਈ ਵੀ ਕੰਮ ਕਰਦਾ ਹੈਗਾ ਜੀ, ਉਸ ਨੂੰ ਰੋਕ ਸਕਦੀ ਹੈਗੀ ਆ ਅਧਿਕਾਰ ਪੁੱਛ ਆਦੇਸ਼ ਰਾਹੀਂ, ਕਿ ਉਸ ਨੂੰ ਪੁੱਛ ਸਕਦੀ ਹੈ ਕਿ ਉਹ ਉਸ ਦੇ ਅਧਿਕਾਰ ਅੰਡਰ ਹੈਗਾ ਕਿ ਨਹੀਂ ਹੈਗਾ ਜੀ। ਔਰ ਇਸ ਤੋਂ ਅੱਗੇ ਹੈਗਾ ਜੀ ਪਰਵਾਨਾ ਮਿਸਲ ਮੰਗਾਈ ਆਦੇਸ਼, ਔਰ ਜਿਸ ਵਿੱਚ ਛੋਟੇ ਅਧਿਕਾਰੀਆਂ ਨੂੰ ਕਿਸੇ ਮਾਮਲੇ ਨੂੰ ਉਸ ਵੱਲ ਤਬਦੀਲ ਕਰਨ ਜਾਂ ਕਿਸੇ ਹੋਰ ਅਧਿਕਾਰੀ ਕੋਲ ਕਿਸੇ ਉਚਿਤ ਵਿਚਾਰ ਲਈ ਸੌਂਪੇ ਜਾਣ ਦੇ ਹੁਕਮ ਦੇ ਸਕਦੀ ਹੈਗੀ ਜੀ। ਔਰ ਜਿਵੇਂ ਕਿ ਸੁਪਰੀਮ ਕੋਰਟ ਕਿ ਇੱਕ ਹਾਈ ਕੋਰਟ ਤੋਂ ਦੂਜੀ ਹਾਈ ਕੋਰਟ ਵਿੱਚ ਜਿਹੜਾ ਮਾਮਲਾ ਭੇਜ ਸਕਦੀ ਹੈਗੀ ਆ, ਤਾਂ ਕਿ ਵਿਅਕਤੀ ਨੂੰ ਜਲਦੀ ਨਿਆਂ ਮਿਲ ਸਕੇ, ਠੀਕ ਹੈ ਜੀ। ਤਾਂ ਜਿਹੜਾ ਸਾਡਾ ਅੱਜ ਦਾ ਚੈਪਟਰ ਖਤਮ ਹੁੰਦਾ ਜੀ। ਔਰ ਜੇਕਰ ਕੋਈ ਵੀ ਜਿਹੜਾ ਡਾਊਟ ਹੋਵੇ, ਠੀਕ ਹੈ ਜੀ, ਤੁਹਾਨੂੰ ਫੰਡਾਮੈਂਟਲ ਰਾਈਟਸ ਦੇ ਕਿਸੇ ਵੀ ਟੌਪਿਕ ਵਿੱਚ, ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਿਹੜਾ ਆਪਣਾ ਕੁਐਸਚਨ ਟਾਈਪ ਕਰ ਸਕਦੇ ਹੋ ਅਤੇ ਜਵਾਬ ਲੈ ਸਕਦੇ ਹੋ ਜੀ। ਤਾਂ ਅਸੀਂ ਤੁਹਾਡਾ ਕਮੈਂਟ ਜ਼ਰੂਰ ਪੜ੍ਹਾਂਗੇ ਜੀ। ਔਰ ਤਾਂ ਕੱਲ੍ਹ ਨੂੰ ਫਿਰ ਅਸੀਂ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਵਾਂਗੇ। ਔਰ ਤਦ ਤੱਕ ਲਈ ਧੰਨਵਾਦ ਜੀ।